ਅਗਲਾ ਬਟੇ ਟ੍ਰਿਗਨੋਮੈਟਰੀ ਦਾ ਤਿਕੋਣਮਿਤੀ ਦਾ ਅਗਲਾ ਟੌਪਿਕ ਆ ਗਿਆ ਆ ਕਿ ਇਹਦੇ ਵਿੱਚ ਆਉਂਦਾ ਸਮ ਸਪੈਸੀਫਿਕ ਐਂਗਲਸ। ਕਿਸ ਤਰ੍ਹਾਂ? ਜਿਵੇਂ 45 ਡਿਗਰੀ ਆ, 30 ਡਿਗਰੀ ਆ, 60 ਡਿਗਰੀ ਆ, 0 ਡਿਗਰੀ, 90 ਡਿਗਰੀ। ਹੁਣ ਇਹਦੇ ਵਿੱਚ ਕੀ ਕਰਨਾ ਆਪਾਂ ਕਿ ਸਪੋਜ਼ ਕਰ ਲਓ ਆਪਾਂ ਪਹਿਲਾਂ 45 ਡਿਗਰੀ ਦਾ ਲੈ ਲਿਆ। ਫਾਈਂਡ ਆਲ ਦਾ ਟੀ ਰੇਸ਼ੀਓਜ਼ ਆਫ, ਟੀ ਦਾ ਮਤਲਬ ਆ ਟ੍ਰਿਗਨੋਮੈਟ੍ਰਿਕ ਰੇਸ਼ੀਓਜ਼ ਆਫ 45 ਡਿਗਰੀ, ਮਤਲਬ ਤਿਕੋਣਮਿਤੀ ਅਨੁਪਾਤ 45 ਡਿਗਰੀ ਦੇ ਉਹ ਫਾਈਂਡ ਕਰਨੇ ਆਪਾਂ। ਕਿਹੜੇ ਕਿਹੜੇ ਹੋਣਗੇ ਇਹਦੇ ਵਿੱਚ? ਇੱਥੇ ਲਿਖ ਲਓ ਪਹਿਲਾਂ 45 ਡਿਗਰੀ ਦੇ ਤਿਕੋਣਮਿਤੀ ਅਨੁਪਾਤ ਪਤਾ ਕਰੋ। ਇਹਦੇ ਵਿੱਚ ਕੀ ਕਰਨਾ ਆਪਾਂ? ਪਹਿਲਾਂ ਇੱਕ ਆਈਸੋਸਲੈਸ ਰਾਈਟ ਟ੍ਰਾਇੰਗਲ ਲੈ ਲੈਣੀ ਆ। ਇਹਦੇ ਵਿੱਚ ਕੀ ਕਰਨਾ ਆ? ਆਈਸੋਸਲੈਸ ਰਾਈਟ ਟ੍ਰਾਇੰਗਲ ਦੇ ਵਿੱਚ ਸਮ ਦੋ ਭੁਜੀ ਤ੍ਰਿਭੁਜ, ਮਤਲਬ ਜਿਹਦੇ ਵਿੱਚ ਦੋ ਭੁਜਾਵਾਂ ਬਰਾਬਰ ਹੋਣ, ABC, ਆ ਤੇ ਆ ਭੁਜਾ ਬਰਾਬਰ ਲੈ ਲਈ। ਲੈਣੀ ਸਮਕੋਣੀ ਤਿਕੋਣੀ ਆ, ਕਿਉਂਕਿ ਸਾਈਨ ਕੋਸ ਟੈਨ ਸਾਰਿਆਂ ਦੇ ਵਿੱਚ ਪਰਪੈਂਡੀਕੂਲਰ ਬੇਸ 'ਤੇ ਹਾਈਪੋਟੈਨਿਊਜ਼ ਆਉਂਦਾ ਅਤੇ ਉਹ ਸਿਰਫ ਰਾਈਟ ਟ੍ਰਾਇੰਗਲ 'ਚ ਹੀ ਹੁੰਦੇ ਆ। ਸੋ ਇਹਦੇ ਵਿੱਚ ਪਹਿਲਾਂ ਲਿਖ ਲੈਣਾ ਕੰਸੀਡਰ ਐਨ ਆਈਸੋਸਲੈਸ right triangle ABC with each equal side as A and angle B is equal to 90 degree ਲੈ ਲਿਆ। ਇੱਥੇ ਲਿਖ ਦੇਣਾ ਮੰਨ ਲਓ ABC ਇੱਕ ਸਮ ਦੋ ਭੁਜੀ ਸਮਕੋਣੀ ਤਿਕੋਣ ਹੈ ਅਤੇ ਹਰੇਕ ਬਰਾਬਰ ਭੁਜਾ A ਹੈ। ਕੋਣ B ਬਰਾਬਰ ਹੈ 90 ਡਿਗਰੀ ਲੈ ਲਿਆ। ਆ ਇਹਦੀ ਲੰਬਾਈ ਜਿਹੜੀ ਇੱਥੋਂ ਲੈ ਕੇ ਇੱਥੇ ਤੱਕ ਦੀ ਲੈਂਥ A ਲੈ ਲਈ, ਇੱਥੋਂ ਤੱਕ ਇੱਥੇ ਤੱਕ ਦੀ ਲੈਂਥ ਵੀ ਆਪਾਂ A ਲੈ ਲਈ। ਹੁਣ ਇਹਦੇ ਵਿੱਚ ਆਹ ਕੋਣ 45 ਡਿਗਰੀ ਦਾ, ਆਹ ਦੋਨੋਂ ਕੋਣ ਬਰਾਬਰ ਹੋਣਗੇ ਜੇ ਆਹ 90 ਡਿਗਰੀ ਦਾ ਅਤੇ ਆਹ 45 ਦੇ ਹੋਣਗੇ, ਕਿਉਂਕਿ ਤਿੰਨਾਂ ਦਾ ਜੋੜ ਜਿਹੜਾ ਆ ਉਹ 180 ਡਿਗਰੀ ਹੁੰਦਾ ਹੈ। ਅਤੇ ਕੋਣ A ਬਰਾਬਰ ਹੈ ਕੋਣ C ਬਰਾਬਰ 45 ਡਿਗਰੀ। ਇੱਥੇ ਐਂਗਲ ਸਮ ਪ੍ਰੋਪਰਟੀ ਲਿਖ ਦਿੰਦੇ ਨਾਲ ਕਿ ਜੇ ਆਹ 90 ਡਿਗਰੀ ਦਾ ਆਹ ਦੋ ਕੋਣ ਬਰਾਬਰ ਹੈ ਅਤੇ ਈਚ 45 ਡਿਗਰੀ ਦੇ ਹੋਣਗੇ। ਹੁਣ ਇਹਦੇ ਵਿੱਚ ਆਹ 45 ਡਿਗਰੀ ਦਾ ਕੋਣ ਆ ਅਤੇ ਆਹ ਵੀ 45 ਦਾ। ਹੁਣ ਕੀ ਕਰਨਾ ਕਿ ਆਹ A ਆ, ਆਹ ਵੀ A ਆ, ਇਹਦੇ 'ਚ ਪਾਇਥਾਗੋਰਸ ਥਿਊਰਮ ਲਗਾ ਲੈਣੀ ਆ ਅਤੇ ਕੋਣ ABC ਵਿੱਚ AC ਸਕੁਏਅਰ ਆ AC ਆ is equal to AB square plus BC square by Pythagoras theorem। ਕੀ ਆ ਜਾਏਗਾ ਅੱਗੇ ਕਿ is equal to AB ਦੀ ਵੈਲਿਊ ਕਿੰਨੀ ਹੈਗੀ ਆ A square plus A square, 1A square plus 1A square is 2A square, AC square ਆ ਗਿਆ। AC is equal to 2A square ਦਾ ਅੰਡਰ ਰੂਟ ਆ ਗਿਆ। ਅੰਡਰ ਰੂਟ 2 ਤੇ ਰਹਿ ਜਾਣਾ, A ਦਾ ਸਕੇਅਰ ਦਾ ਅੰਡਰ ਰੂਟ ਜਿਹੜਾ ਹੁੰਦਾ ਉਹ A ਆ ਜਾਂਦਾ।
ਹੁਣ AC ਦੀ ਵੈਲਿਊ ਆ ਗਈ ਸਾਡੇ ਕੋਲ √2a। ਹੁਣ ਇਹਦੇ ਵਿੱਚ 6 ਟ੍ਰਿਗਨੋਮੈਟ੍ਰਿਕ ਰੇਸ਼ੀਓ 6 ਤਿਕੋਣਮਿਤੀ ਅਨੁਪਾਤ ਕਿਹੜੇ ਕਿਹੜੇ। ਆਹ ਵਾਲਾ ਐਂਗਲ ਹੈਗਾ sin 45 ਕਿੰਨਾ ਹੋਏਗਾ, cos 45 ਡਿਗਰੀ ਦੀ ਕਿੰਨੀ ਕੀਮਤ ਹੋਏਗੀ, ਤੇ tan 45 ਡਿਗਰੀ ਦੀ ਕਿੰਨੀ ਕੀਮਤ ਹੋਏਗੀ। ਫਾਰਮੂਲਾ ਉਹੀ ਪੰਡਿਤ ਬਦਰੀ ਪ੍ਰਸਾਦ ਹਰ ਹਰ ਬੋਲ। ਆਹ ਵਾਲਾ ਪੰਡਿਤ ਬਦਰੀ ਪ੍ਰਸਾਦ ਹਰ ਹਰ ਬੋਲ, ਸੋਨਾ ਚਾਂਦੀ ਤੋਲ। S ਫॉर sin थीटा P/H ਤੇ ਆ ਜਾਏਗਾ P/H। ਜੇ ਆਹ ਐਂਗਲ ਆ ਇਹਦੇ ਸਾਹਮਣੇ ਵਾਲੀ ਭੁਜਾ P, ਇਹਦੀ ਕੀਮਤ ਹੈਗੀ A। H ਆਹ ਵਾਲਾ ਆ √2a, A ਨਾਲ ਇਹ ਕੱਟ ਗਿਆ, 1/√2 ਰਹਿ ਗਿਆ। ਇਹਦਾ ਰੈਸੀਪ੍ਰੋਕਲ ਇਹਦਾ ਉਲਟ ਹੁੰਦਾ, ਰੈਸੀਪ੍ਰੋਕਲ ਦਾ ਮਤਲਬ ਉਲਟ, ਕੋਸੀਕੈਂਟ 45 ਡਿਗਰੀ, ਉਹ ਆ ਜਾਏਗਾ √2/1 ਦਾ ਮਤਲਬ √2 ਹੁੰਦਾ। ਇਸੇ ਤਰ੍ਹਾਂ ਹੀ cos 45 B/H, ਬੇਸ ਇਹਦੇ ਲਈ ਬੇਸ ਜਿਹੜਾ ਹੈਗਾ ਉਹ A ਆ, H ਦੀ ਵੈਲਿਊ √2a, A ਨਾਲ ਇਹ ਕੱਟ ਗਿਆ 1/√2। ਇਹਦਾ ਉਲਟਾ cos ਦਾ secant 45 ਉਹ ਹੋ ਜਾਏਗਾ √2/1 ਇਜ਼ ਇਕੁਅਲ ਟੂ √2 ਆ ਗਿਆ। tan 45 ਡਿਗਰੀ 45 ਡਿਗਰੀ ਕਿੰਨਾ ਹੁੰਦਾ, P/B, ਆ ਪਰਪੈਂਡੀਕਲਰ ਤੇ ਆ ਬੇਸ, ਆ 45 ਡਿਗਰੀ ਇਹਦੇ ਸਾਹਮਣੇ ਵਾਲੀ ਭੁਜਾ ਪਰਪੈਂਡੀਕਲਰ ਤੇ ਆ ਬੇਸ, A ਨਾਲ A ਕੱਟ ਗਿਆ 1 ਆ ਗਿਆ। tan 45 ਦਾ ਉਲਟਾ cot 45 ਡਿਗਰੀ 45 ਡਿਗਰੀ ਇਜ਼ ਇਕੁਅਲ ਟੂ ਉਹ ਵੀ 1 ਆ ਜਾਏਗਾ। ਇਹ ਹੈਗੇ ਸੀਗੇ T ਰੇਸ਼ੀਓਜ਼ ਆਫ 45 ਡਿਗਰੀ, 45 ਡਿਗਰੀ ਦੇ ਤਿਕੋਣਮਿਤੀ ਅਨੁਪਾਤ। ਮਤਲਬ sin 45, cos 45 ਡਿਗਰੀ, tan 45, ਕੋਸੀਕੈਂਟ, ਸੀਕੈਂਟ ਤੇ cot, ਇਹਨਾਂ ਦੀ ਵੈਲਿਊਜ਼ ਕੀ ਹੋਏਗੀ। ਇਸੇ ਤਰ੍ਹਾਂ ਹੀ ਬੇਟੇ ਨੈਕਸਟ ਵਾਲਾ ਹੈਗਾ ਫਾਈਂਡ ਆਲ ਦਾ T ਰੇਸ਼ੀਓਜ਼ ਆਫ 60 ਡਿਗਰੀ। ਹੁਣ ਇਹਦੇ ਵਿੱਚ ਕੀ ਕਰਨਾ ਹੈਗਾ, ਇਕੁਈਲੇਟਰਲ ਟ੍ਰਾਇੰਗਲ ਲੈਣਾ, ਇਕੁਈਲੇਟਰਲ ਮਤਲਬ ਸਮਭੁਜੀ ਟ੍ਰਾਇੰਗਲ ਲੈ ਲੈਣੀ ਜਿਹਦੀਆਂ ਤਿੰਨੋਂ ਭੁਜਾਵਾਂ ਬਰਾਬਰ ਹੋਣ, ABC, ਈਚ ਸਾਈਡ ਇਜ਼ ਇਕੁਅਲ ਟੂ A ਲੈ ਲਓ ਜਾਂ 2A ਵੀ ਲੈ ਸਕਦੇ, ਆਪਣੀ ਮਰਜ਼ੀ ਹੈ। ਇਹਦਾ ਦੇਖੋ ਕਿਸ ਤਰ੍ਹਾਂ ਕਰਨਾ ਪ੍ਰੂਫ। ਇੱਥੇ ਲਿਖ ਦੇਣਾ ਕੰਸਿਡਰ an equilateral triangle ABC with each side as A। मान लो ABC एक समभुजी त्रिकोण है ਅਤੇ ਹਰੇਕ ਭੁਜਾ A है। each side as A and therefore क्योंकि ये समभुजी त्रिकोण आ A B ਤੇ C ਤਿੰਨੇ ਕੋਣ ਬਰਾਬਰ ਹੋਣਗੇ, ਇਹ 60 ਡਿਗਰੀ ਈਚ, 60 ਡਿਗਰੀ ਈਚ ਆ ਜਾਏਗਾ। ਹੁਣ ਇੱਥੋਂ ਬੇਟੇ ਇੱਕ ਪਰਪੈਂਡੀਕੂਲਰ ਡਰਾ ਕਰ ਦੇਣਾ ਆਪਣੇ ਕੋਲੋਂ, ਇੱਥੇ D ਆ ਜਾਏਗਾ, ਇੱਥੇ ਲਿਖਾਂਗੇ ਡਰਾ AD ਪਰਪੈਂਡੀਕੂਲਰ ਟੂ BC। ਆਪਣੇ ਕੋਲੋਂ ਇਹਦੇ 'ਤੇ ਇੱਕ ਲੰਬ ਬਣਾ ਦਿੱਤਾ, ਇਹਨੂੰ ਲੰਬ ਕਹਿੰਦੇ ਆ, ਤੇ
ਸਮਭੁਜੀ ਇਕੁਇਲੇਟਰਲ ਟ੍ਰਾਇੰਗਲ ਦੇ ਵਿੱਚ ਲੰਬ ਜਿਹੜਾ ਹੁੰਦਾ ਉਹ ਕੋਣ ਨੂੰ ਵੀ ਆਹ ਵਾਲੇ ਕੋਣ ਨੂੰ ਦੋ ਬਰਾਬਰ ਭਾਗਾਂ 'ਚ ਵੰਡਦਾ ਤੇ ਆਹ ਵਾਲੀ ਭੁਜਾ ਨੂੰ ਵੀ ਬਰਾਬਰ ਭਾਗਾਂ 'ਚ ਵੰਡ ਦਿੰਦਾ। ਆਹ ਤੇ ਆਹ ਬਰਾਬਰ ਹੋ ਜਾਂਦੀਆਂ। ਇਹ ਤਿਕੋਣਾ ਆਪਸ ਵਿੱਚ ਹੀ ਸਰਬੰਗ ਸਮ ਸਿੱਧ ਕਰ ਸਕਦੇ ਆਪਾਂ। ਸਰਬੰਗ ਸਮ ਸਿੱਧ ਕਰਨ ਲਈ 3 ਕਾਰਨ ਦੱਸਣੇ ਹੁੰਦੇ ਆ। ਆਹ ਭੁਜਾ ਇਹਦੇ ਬਰਾਬਰ ਆ, ਆਹ ਸਾਂਝੀ ਭੁਜਾ ਆ ਗਈ ਤੇ ਆਹ ਈਚ ਆਪਣੇ ਆਹ ਵਾਲਾ ਕੋਣ, ਆਹ ਕੋਣ ਇਹਦੇ ਬਰਾਬਰ ਆ ਜਾਂਦਾ। ਹੁਣ ਤੇ ਆਹ ਵਾਲੀ ਭੁਜਾ ਇਹਦੇ ਬਰਾਬਰ ਈਚ 90 ਡਿਗਰੀ, ਆਹ 1 ਤੇ 2 ਬਰਾਬਰ ਆ ਗਏ। ਆਹ ਵਾਲੀ ਭੁਜਾ ਇਹਦੇ ਬਰਾਬਰ ਆ ਗਈ ਤੇ ਆਹ ਬਰਾਬਰ RHS ਦੇ ਅਕੋਰਡਿੰਗਲੀ ਇਹ ਦੋਨੋਂ ਤਿਕੋਣਾ ਸਰਬੰਗ ਸਮ ਹੋ ਜਾਂਦੀਆਂ। ਤੁਸੀਂ ਇੱਥੇ ਡਾਇਰੈਕਟਲੀ ਇਸ ਤਰ੍ਹਾਂ ਸਿੱਧਾ ਲਿਖ ਸਕਦੇ ਜੀ ਕਿ ਜਦੋਂ ਆ ਇੱਥੇ ਪਰਪੈਂਡੀਕੂਲਰ ਡਰਾ ਕਰ ਦਈਏ ਤੇ ਬੇਸ ਨੂੰ ਬਾਈਸੈਕਟ ਕਰ ਦਿੰਦੀ ਆ ਤੇ ਆਹ ਵਾਲੇ ਐਂਗਲ ਨੂੰ ਵੀ ਕਰ ਦਿੰਦੀ ਆ। ਆ ਬੇਸ ਨੂੰ ਬਾਈਸੈਕਟ ਕਰਨ ਦਾ ਮਤਲਬ ਆ ਇੱਥੇ ਲਿਖਿਆ ਡਰਾ AD ਪਰਪੈਂਡੀਕੂਲਰ ਟੂ BC, ਦੇਅਰਫੋਰ ਇੱਥੇ ਲਿਖ ਦੇਣਾ AD ਬਾਈਸੈਕਟਸ BC because triangle ABC is an equilateral triangle ਹੈਗੀ ਆ। ਇੱਦਾਂ ਤੁਸੀਂ ਇੱਥੇ ਲਿਖ ਸਕਦੇ ਆ। ਹੁਣ therefore BD is equal to half of BC is equal to half of A ਦਾ ਹਾਫ ਆ ਗਿਆ, ਮਤਲਬ ਆ A/2 ਬਣ ਗਿਆ। ਹੁਣ ਇਸ ਟ੍ਰਾਇੰਗਲ ਦੇ ਵਿੱਚ ਆਹ ਭੁਜਾ ਦਿੱਤੀ, ਆ ਵੀ ਦਿੱਤੀ, ਆਹ ਕੱਢ ਲਵਾਂਗੇ ਆਪਾਂ। ਆਹ ਕੌਣ ਹੈਗਾ ਜੇ 60 ਡਿਗਰੀ ਦਾ। ਹੁਣ ਇੱਥੇ ਆ ਜਾਏਗਾ ਤੁਹਾਡੇ ਕੋਲ ਇਨ ਟ੍ਰਾਇੰਗਲ ADB ਕੀ ਆ ਜਾਏਗਾ, AB ਸਕੁਅਰ ਇਜ਼ ਇਕੁਅਲ ਟੂ AD ਸਕੁਅਰ ਪਲਸ BD ਸਕੁਅਰ ਬਾਏ ਪਾਇਥਾਗੋਰਸ ਥਿਓਰਮ। ਕੀ ਆ ਜਾਏਗਾ ਇੱਥੇ, ਇਹਨਾਂ ਦੀ ਵੈਲਿਊ ਭਰ ਦੇਣੀ ਆਪਾਂ। AB ਦੀ ਵੈਲਿਊ ਕਿੰਨੀ ਹੈਗੀ AD ਕੱਢਣਾ ਪਲਸ BD ਇਜ਼ ਇਕੁਅਲ ਟੂ A/2 10 ਸਕੁਅਰ ਆ ਗਿਆ। ਇਹ A ਸਕੁਅਰ ਓਵਰ 4 ਇੱਧਰ ਆ ਕੇ ਮਾਈਨਸ ਦਾ ਹੋ ਗਿਆ। A ਸਕੁਅਰ ਮਾਈਨਸ A ਸਕੁਅਰ ਓਵਰ 4 ਇਜ਼ ਇਕੁਅਲ ਟੂ AD ਸਕੁਅਰ ਆ ਗਿਆ। देयरफॉर AD ਸਕੁਅਰ ਕਿੰਨਾ ਹੋ ਜਾਏਗਾ 4 - 1 3A ਸਕੁਅਰ ਓਵਰ 4 ਆ ਗਿਆ। ਤੇ AD ਦੀ ਵੈਲਿਊ ਕਿੰਨੀ ਆ ਗਈ, ਇਹਦਾ ਸਕੁਅਰ ਰੂਟ ਆ ਜਾਏਗਾ, ਇਹਦਾ ਸਕੁਅਰ ਰੂਟ ਆ ਗਿਆ, ਇਹਦਾ √3 ਰਹਿ ਗਿਆ, 4 ਦਾ 2 ਬਣ ਗਿਆ ਤੇ ਇਹਦਾ A ਬਣ ਗਿਆ। ਇਹ ਆਨਸਰ ਆ ਗਿਆ AD ਦਾ। ਇੱਥੇ ਲਿਖ ਦਾਂਗੇ √3/2 A। ਹੁਣ ਆਪਾਂ ਇਹਦੇ ਵਿੱਚੋਂ 60 ਡਿਗਰੀ ਦੇ ਐਂਗਲਸ ਕੱਢ ਲੈਣੇ ਆ। ਸਾਈਨ 60 ਕਿੰਨਾ ਹੋਏਗਾ, cos 60 ਕਿੰਨਾ ਹੋਏਗਾ ਤੇ tan 60 ਕਿੰਨਾ ਹੋਏਗਾ। ਸਾਈਨ 60 P/H ਪਰਪੈਂਡੀਕੂਲਰ ਓਵਰ ਹਾਈਪੋਟੈਨਿਊਜ਼। ਹੁਣ ਦੇਖੋ ਸਾਈਨ ਆ 60 ਡਿਗਰੀ ਦਾ ਐਂਗਲ ਆ ਪਰਪੈਂਡੀਕੂਲਰ ਹੋ ਗਿਆ √3/2 A। ਹਾਈਪੋਟੈਨਿਊਜ਼ ਆ ਗਿਆ A ਨਾ ਇਹ ਕੱਟਿਆ ਗਿਆ, ਇਹ ਆ ਗਿਆ √3/2 ਰਹਿ ਗਿਆ। cos 60 ਬੇਸ ਓਵਰ ਹਾਈਪੋਟੈਨਿਊਜ਼, ਆ ਬੇਸ ਹੈਗਾ ਜੀ A/2 ਓਵਰ ਆ ਗਿਆ A। ਹੁਣ ਦੇਖੋ A ਦਾ ਮਤਲਬ ਹੁੰਦਾ A/1, ਇਹ A/2 ਇੰਟੂ ਆ ਉਲਟ ਜਾਣਾ 1/A। A ਨਾ ਇਹ ਕੱਟਿਆ ਗਿਆ 1/2 ਰਹਿ ਗਿਆ। tan 60 ਪਰਪੈਂਡੀਕੂਲਰ ਓਵਰ ਬੇਸ ਆ ਗਿਆ, ਪਰਪੈਂਡੀਕੂਲਰ ਕਿੰਨਾ √3/2 A, √3A/2 ਓਵਰ ਬੇਸ ਕਿੰਨਾ ਹੈਗਾ A/2। ਇਹ ਆ ਜਾਏਗਾ ਸਾਡੇ ਕੋਲ √3A/2 ਮਲਟੀਪਲਾਈ ਬਾਈ 2/A। A ਨਾ ਇਹ ਕੱਟਿਆ ਗਿਆ, 2 ਨਾਲ 2 ਕੱਟਿਆ ਗਿਆ, √3 ਆ ਗਿਆ। ਹੁਣ 3 ਇਹਦੇ ਉਲਟੇ ਲਿਖ ਦਿੰਦੇ ਆ ਰੈਸੀਪ੍ਰੋਕਲ। ਸਾਈਨ 60 ਦਾ ਹੁੰਦਾ ਕੋਸੀਕੈਂਟ 60, ਕੋਸੀਕੈਂਟ 60 ਦੀ ਵੈਲਿਊ ਕਿੰਨੀ ਹੋ ਗਈ 2/√3। ਸਿੱਧਾ ਡਾਇਰੈਕਟਲੀ ਇਸ ਤਰ੍ਹਾਂ ਲਿਖ ਦਾਂਗੇ। cos ਦਾ ਉਲਟਾ ਸੀਕੈਂਟ, ਸੀਕੈਂਟ 60 ਦੀ ਵੈਲਿਊ ਕਿੰਨੀ ਹੋ ਗਈ 2/1 ਮਤਲਬ 2 ਆ ਗਈ। tan ਦਾ ਉਲਟਾ ਹੋ ਗਿਆ cot, cot 60 ਕਿੰਨਾ ਹੋ ਗਿਆ, ਇਹਦਾ ਓਵਰ 1 ਆ ਤੇ 1/√3 ਆ ਗਿਆ। ਇਹ ਇਹਦੇ ਰੈਸੀਪ੍ਰੋਕਲਸ ਆ ਗਏ।
ਹੁਣ ਨੈਕਸਟ ਆ ਗਿਆ ਫਾਈਂਡ ਆਲ ਦਾ ਟੀ ਰੇਸ਼ੀਓਜ਼ ਆਫ 30 ਡਿਗਰੀ। ਇਹ ਵੀ ਸੇਮ ਹੀ ਆ ਜਿੱਦਾਂ 60 ਡਿਗਰੀ ਦਾ ਕੀਤਾ ਉੱਦਾਂ ਹੀ ਬੇਟੇ 30 ਡਿਗਰੀ ਦਾ ਵੀ ਉਸੇ ਤਰ੍ਹਾਂ ਹੀ ਕਰਨਾ ਕਿ ਬਿਲਕੁਲ ਸੇਮ ਹੈ। ਇਕੁਇਲੇਟਰਲ ਟ੍ਰਾਇੰਗਲ ਲੈ ਲੈਣੀ, ਈਚ ਐਂਗਲ ਉਹਦਾ 60 ਡਿਗਰੀ ਲੈ ਲਿਆ ਸੀਗਾ ABC, ਈਚ ਸਾਈਡ ਇਜ਼ ਇਕੁਅਲ ਟੂ A, ਇੱਥੋਂ ਪਰਪੈਂਡੀਕੂਲਰ ਡਰਾ ਕੀਤਾ ਸੀ, ਇਹ D ਆ ਗਿਆ ਤੇ ਆ ਵੀ ਫਾਈਂਡ ਆਊਟ ਕਰ ਲਿਆ ਸੀ। ਆ ਜਿਹੜਾ ਇਹਨੂੰ ਬਾਈਸੈਕਟ ਕਰਦਾ ਆ ਜੇ A ਆ ਤੇ ਆ A/2 ਹੋ ਗਿਆ। ਆ 60 ਡਿਗਰੀ ਦਾ ਐਂਗਲ ਆ, ਇਸ ਟ੍ਰਾਇੰਗਲ ਦੇ ਵਿੱਚ ਜੇ ਆ 90 ਡਿਗਰੀ ਦਾ ਹੈਗਾ, ਆ 60 ਡਿਗਰੀ ਦਾ ਤੇ ਆ 30 ਡਿਗਰੀ ਦਾ ਹੋ ਗਿਆ। ਹੁਣ ਲਿਖਣ ਦਾ ਵੇ ਸੇਮ ਆ। ਕੰਸੀਡਰ, ਫਿਰ ਦੁਬਾਰਾ ਲਿਖ ਲੈਂਦੇ ਇੱਕ ਵਾਰੀ, ਕੰਸੀਡਰ ਐਨ equilateral triangle with each side as A मान लो ABC एक समभुजी त्रिकोण है ਅਤੇ ਹਰੇਕ ਭੁਜਾ A ਹੈ। एंगल A इज इक्वल टू एंगल B इज इक्वल टू एंगल C 60 डिग्री ईच। फिर इत्थे लिख देंगे ड्रॉ AD परपेंडिकुलर टू BC। जे परपेंडिकुलर होए तो देयरफॉर इस करके फिर AD बाइसेक्ट्स BC। AD ਜਿਹੜੀ ਆ BC ਭੁਜਾ ਨੂੰ ਦੋ ਬਰਾਬਰ ਭਾਗਾਂ 'ਚ ਵੰਡੇਗੀ। देयरफॉर BD ਆ ਜਿਹੜੀ BD ਆ ਉਹ ਇਹਦਾ ਹਾਫ ਹੋ ਜਾਏਗਾ, ਹਾਫ ਆਫ BC ਇਜ਼ ਇਕੁਅਲ ਟੂ ਹਾਫ ਆਫ A/2 ਬਣ ਗਈ। ਹੁਣ ਇਹ ਟ੍ਰਾਇੰਗਲ ADB ਵਿੱਚ ਇਨ ਟ੍ਰਾਇੰਗਲ ADB ਪਾਇਥਾਗੋਰਸ ਥਿਊਰਮ ਅਪਲਾਈ ਕਰ ਦਿਓ। AB ਸਕੁਅਰ इज इक्वल टू AD स्क्वायर प्लस BD स्क्वायर बाय पाइथागोरस थ्योरम। की आ जाएगा AD की वैल्यू भर देनी है, AD की वैल्यू कढ़नी, AB की वैल्यू भर दो A स्क्वायर इज इक्वल टू AD स्क्वायर, BD इज इक्वल टू A/2 तो A स्क्वायर ओवर 4 आ गया। स्क्वायर कर दिता वह, इनू इधर लै जाओ, A स्क्वायर माइनस A स्क्वायर ओवर 4 इज इक्वल टू AD स्क्वायर। देयरफॉर AD स्क्वायर इज इक्वल टू ਇਹਦਾ एल्शियम लै लो, 4 ਨੂੰ ਪਹਿਲਾਂ 1 ਨਾਲ डिवाइड किया, इनू मल्टीप्लाई कर दो, 4A स्क्वायर माइनस A स्क्वायर, ये आ गया 3A स्क्वायर ओवर 4। देयरफॉर AD आ जाएगा, ਇਹਦਾ स्क्वायर रूट आ जाएगा 3A स्क्वायर ओवर 4 का स्क्वायर रूट, √3/2 A आ गया। ਇੱਥੇ ਆ ਜਾਏਗਾ √3/2A। ਹੁਣ ਆਹ ਵਾਲਾ ਐਂਗਲ ਲੈਣਾ ਸਾਰਾ, ਇੱਥੇ ਤੱਕ ਪਿਛਲੇ ਵਾਲਾ 60 ਡਿਗਰੀ ਵਾਲਾ ਸੇਮ ਸੀਗਾ, ਸਿਰਫ ਐਂਗਲ ਚੇਂਜ ਹੋਇਆ 30 ਡਿਗਰੀ ਦਾ। ਹੁਣ ਇੱਥੇ ਆਪਾਂ ਲਿਖ ਦੇਣਾ sin 30 cos 30 tan 30 इज इक्वल टू sin 30 P/H। इस एंगल के लिए ये सामने वाली जी साइड आ उन्होंने परपेंडिकुलर मतलब A/2, H की वैल्यू आ जाएगी A का मतलब A/1, A/2 इंटू 1/A, A एंड A कट्टे गए 1/2 आ गया। इधर रेसिप्रोकल होंगे कोसीकेंट 30 वो 2 हो जाएगा। इसी तरह ही cos 30 बेस ओवर हाइपोटेन्यूज, बेस कितना 30 के लिए आ बेस आ √3A/2, हाइपोटेन्यूज आ गया A,
ए का मतलब a ओवर 1 अंडर रूट 3 a ओवर 2 इंटू 1 ओवर a ना a कटिया गया अंडर रूट 3 ओवर 2 cos 30 की वैल्यू आ गई सीकेंट 30 ਇਹਦਾ ਰੈਸੀਪ੍ਰੋਕਲ ਹੋ ਗਿਆ 2 ओवर अंडर रूट 3 ਹੁਣ tan 30 आ गया परपेंडिकुलर ओवर बेस ਹੁਣ tan 30 ਲਈ ਆ परपेंडिकुलर ਤੇ ਆ बेस ਆ परपेंडिकुलर a ओवर 2 ओवर बेस हैगा अंडर रूट 3 ओवर 2 अंडर रूट 3 a ओवर 2 ਹੁਣ ਇਹਨੂੰ ਸਿੰਪਲੀਫਾਈ ਕਿੱਦਾਂ ਕਰਨਾ a ओवर 2 ਮਲਟੀਪਲਾਈ ਬਾय 2 ओवर अंडर रूट 3 a ना a कटिया गया 2 ना 2 कटिया गया 1 बाय अंडर रूट 3 ਇਹਦਾ ਰੈਸੀਪ੍ਰੋਕਲ ਆ ਗਿਆ cot 30 ਉਹ ਆ ਜਾਏਗਾ ਅੰਡਰ रूट 3 ਸੋ ਇਹ ਬੇਟੇ ਟ੍ਰਿਗਨੋਮੈਟ੍ਰਿਕ ਰੇਸ਼ੀਓ ਸੀਗੀਆਂ ਹੁਣ ਦੇਖੋ ਆਹ ਵਾਲੇ ਤੁਹਾਨੂੰ ਦੱਸਿਆ ਸੀ ਕਿ ਇਹ ਵਾਲੇ ਐਂਗਲਸ ਯਾਦ ਰੱਖਣੇ ਤੁਸੀਂ ਕਿ ਕਿਸ ਤਰ੍ਹਾਂ ਕਰਨੇ ਹੈਗੇ ਆ ਇਹਨਾਂ ਦਾ ਯਾਦ ਕਿਸ ਤਰ੍ਹਾਂ ਕਰਨਾ ਆਪਣਾ ਇਹ ਟ੍ਰਿਗਨੋਮੈਟ੍ਰਿਕ ਟੇਬਲ ਆ ਸਟੈਂਡਰਡ ਐਂਗਲਸ ਹੈਗੇ 0 ਡਿਗਰੀ 30 ਡਿਗਰੀ 45 60 ਤੇ 90 ਆ ਥੀਟਾ ਐਂਗਲ ਹੈਗਾ ਸਾਈਨ ਥੀਟਾ ਕਾਸ ਥੀਟਾ ਟੈਨ ਥੀਟਾ ਆ ਥੀਟਾ ਦੇ ਆ ਐਂਗਲਸ ਹੈਗੇ ਆ ਸਾਈਨ 0 ਡਿਗਰੀ 0 ਹੁੰਦਾ ਸਾਈਨ 30 ਡਿਗਰੀ 1/2 ਸਾਈਨ 45 ਡਿਗਰੀ ਦੀ ਵੈਲਿਊ ਸਾਈਨ 60 ਡਿਗਰੀ ਦੀ ਵੈਲਿਊ ਸਾਈਨ 90 ਡਿਗਰੀ ਕਿੰਨਾ ਹੁੰਦਾ ਇਸੇ ਤਰ੍ਹਾਂ ਹੀ ਕਾਸ 01 ਕਾਸ 30 ਡਿਗਰੀ ਕਾਸ 45 ਡਿਗਰੀ ਕਾਸ 60 ਡਿਗਰੀ ਕਾਸ 90 ਡਿਗਰੀ ਟੈਨ 0 ਡਿਗਰੀ 0 ਹੁੰਦਾ ਟੈਨ 30 ਡਿਗਰੀ ਟੈਨ 45 ਡਿਗਰੀ ਟੈਨ 60 ਡਿਗਰੀ ਟੈਨ 90 ਡਿਗਰੀ ਸੀਕੈਂਟ ਕੋਸੀਕੈਂਟ ਇਹ ਇਹਨਾਂ ਦੇ ਉਲਟੇ ਹੁੰਦੇ ਜੇ ਤਿੰਨ ਤੁਹਾਨੂੰ ਯਾਦ ਹੋ ਜਾਣ ਜਿਵੇਂ ਸਾਈਨ 30 ਡਿਗਰੀ 1/2 ਆ ਅਤੇ ਸਾਈਨ ਦਾ ਉਲਟਾ ਕੋਸੀਕੈਂਟ ਉਹ 1/2 ਦਾ ਉਲਟਾ 2 ਹੋ ਜਾਏਗਾ ਹੁਣ ਮੇਨ ਆ ਕਿ ਆਹ ਟੇਬਲ ਡਰਾ ਕਿਵੇਂ ਕਰਨਾ ਯਾਦ ਕਿਵੇਂ ਕਰਨਾ ਹੈਗਾ ਆਪਾਂ ਲਿਖਣਾ ਕਿਵੇਂ ਆ ਦੇਖੋ ਇਹ ਵੀ ਤੁਹਾਨੂੰ ਦੱਸ ਦਿੰਦੇ ਆ ਹੁਣ ਸਭ ਤੋਂ ਪਹਿਲਾਂ ਇੱਥੇ 0 ਤੋਂ ਸਟਾਰਟ ਕਰਨਾ ਇੱਥੇ ਲਿਖ ਲੈਣਾ 0 1 2 3 ਇੱਥੇ 4 ਲਿਖ ਲੈਣਾ 0 ਤੋਂ ਸਟਾਰਟ ਕਰਕੇ 4 ਤੱਕ ਲਿਖ ਲੈਣਾ ਫਿਰ ਸਾਰਿਆਂ ਨੂੰ 4 ਦੇ ਨਾਲ ਡਿਵਾਈਡ ਕਰ ਦੇਣਾ 0 ਓਵਰ 4 1/4 2/4 3/4 4/4 ਸਾਰਿਆਂ ਦਾ ਸਕੇਅਰ ਰੂਟ ਲੈ ਲੈਣਾ ਇਹਦਾ ਵੀ ਸਕੇਅਰ ਰੂਟ ਲੈ ਲਿਆ ਇਹਦਾ ਵੀ ਸਕੇਅਰ ਰੂਟ ਲੈ ਲੈਣਾ ਅੰਡਰ ਰੂਟ ਇਹਦਾ ਵੀ ਅੰਡਰ ਰੂਟ ਲੈ ਲੈਣਾ ਇਹਦਾ ਵੀ ਅੰਡਰ ਰੂਟ ਲੈ ਲੈਣਾ ਇਹਦਾ ਵੀ ਅੰਡਰ ਰੂਟ ਲੈ ਲਿਆ ਹੁਣ ਦੇਖੋ 0 ਓਵਰ ਸਮਥਿੰਗ ਕੁਛ ਵੀ ਆ ਜਾਏ ਉਹਦਾ ਜਵਾਬ 0 ਰਹਿਣਾ 1 ਦਾ ਅੰਡਰ ਰੂਟ 1 ਅਤੇ 4 ਦਾ ਅੰਡਰ ਰੂਟ 2 ਆ ਗਿਆ ਜੇ ਕਟਿੰਗ ਹੁੰਦੀ ਤਾਂ ਕਟਿੰਗ ਕਰ ਦੇਣੀ 2 ਦਾ 4 ਇੱਥੇ 1 ਰਹਿ ਗਿਆ 1 ਦਾ ਅੰਡਰ ਰੂਟ 1 ਅੰਡਰ ਰੂਟ 2 ਦਾ ਅੰਡਰ ਰੂਟ 2 ਇੱਥੇ ਆ ਗਿਆ ਅੰਡਰ ਰੂਟ 3 ਦਾ ਅੰਡਰ ਰੂਟ 3 4 ਦਾ ਅੰਡਰ ਰੂਟ ਆ ਜਾਏਗਾ 2 4 ਨਾਲ 4 ਕੱਟ ਗਿਆ 1 ਆਇਆ 1 ਦਾ ਸਕੇਅਰ ਰੂਟ 1 ਹੀ ਹੁੰਦਾ ਮਤਲਬ ਸਾਈਨ 0 0 ਸਾਈਨ 30 1/2 ਸਾਈਨ 45 1/ਅੰਡਰ ਰੂਟ 2 ਸਾਈਨ 60 ਅੰਡਰ ਰੂਟ 3/2 ਸਾਈਨ 91 ਹੁਣ ਜਦੋਂ cos ਦੀ ਵੈਲਿਊ ਫਾਈਂਡ ਆਊਟ ਕਰਨੀ ਹੈ ਇਹਨੂੰ ਉਲਟਾ ਕੇ ਲਿਖ ਦੇਣਾ ਪਹਿਲਾਂ 1 ਲਿਖ ਦੇਣਾ ਇੱਥੇ ਫਿਰ ਉਸ ਤੋਂ ਅਗਲਾ ਲਿਖ ਦੇਣਾ ਅੰਡਰ ਰੂਟ 3/2 ਲਿਖ ਦੇਣਾ ਫਿਰ ਇਸ ਤੋਂ ਅਗਲਾ ਇਹ ਇੱਥੇ ਰਹਿ ਜਾਣਾ ਫਿਰ ਆ ਅੱਗੇ ਚਲੇ ਜਾਣਾ ਆ ਉਸ ਤੋਂ ਅੱਗੇ ਚਲੇ ਜਾਣਾ ਮਤਲਬ cos 01 ਆ cos 30 ਹੁੰਦਾ ਆ cos 45 ਡਿਗਰੀ ਆ ਗਿਆ cos 60 ਡਿਗਰੀ ਆ ਗਿਆ cos 90 ਆ ਗਿਆ ਹੁਣ tan ਦੀ ਵੈਲਿਊ ਕੱਢਣੀ ਆ tan ਦਾ ਤੁਹਾਨੂੰ ਫਾਰਮੂਲਾ ਦੱਸਿਆ ਕੀ ਹੁੰਦਾ tan ਦਾ ਦੱਸਿਆ ਕਿ sin ਥੀਟਾ ਓਵਰ cos ਥੀਟਾ ਹੁੰਦਾ ਇਹਨੂੰ ਜਦੋਂ ਇਹਦੇ ਨਾਲ ਡਿਵਾਈਡ ਕਰਾਂਗੇ ਤੇ ਇਹਦੀ ਵੈਲਿਊ ਨਿਕਲ ਆਉਂਦੀ 0 ਓਵਰ 1 ਇਜ਼ ਇਕੁਅਲ ਟੂ 0 ਇਜ਼ ਇਕੁਅਲ ਟੂ 0 ਆ ਜਾਏਗਾ ਜਦੋਂ ਇਹਨੂੰ ਇਹਦੇ ਨਾਲ ਡਿਵਾਈਡ ਕਰਾਂਗੇ 1/2 ਡਿਵਾਈਡਡ ਬਾਈ ਅੰਡਰ ਰੂਟ 3/2 ਇਹਦਾ ਕਿੰਨਾ ਆ ਜਾਊਗਾ 1/2 ਮਲਟੀ ਇਹਦਾ ਉਲਟਾ ਹੋ ਜਾਏਗਾ 2/ਅੰਡਰ ਰੂਟ 3 2 ਕੱਟੇ ਗਏ ਅਤੇ ਇਹਦਾ ਆਨਸਰ ਆ ਗਿਆ 1/ਅੰਡਰ ਰੂਟ 3 ਮਤਲਬ tan 30 ਡਿਗਰੀ ਦੀ ਕੀਮਤ ਆ ਗਈ 1/ਅੰਡਰ ਰੂਟ 3 ਆ ਅਤੇ ਆ ਦੋਨੋਂ ਕੱਟੇ ਜਾਣੇ ਆ ਇਹਦਾ ਆ ਜਾਏਗਾ 1 ਇਹਨੂੰ ਵੀ ਇਹਦੇ ਨਾਲ ਡਿਵਾਈਡ ਕਰੋ ਅੰਡਰ ਰੂਟ 3/2 ਓਵਰ ਕਿੰਨਾ ਆ ਗਿਆ 1/2 ਕਿੱਦਾਂ ਲਿਖਾਂਗੇ ਅੰਡਰ ਰੂਟ 3/2
ਮਲਟੀਪलाई ਬਾय ਇਹਦਾ ਉਲਟ ਜਾਣਾ 2/1 2 ਕੱਟਿਆ ਗਿਆ √3/1 ਮਤਲਬ √3 ਰਹਿ ਗਿਆ 1/0 1/0 1 ਨੂੰ 0 ਨਾਲ ਡਿਵਾਈਡ ਨਹੀਂ ਕਰ ਸਕਦੇ ਇਸ ਕਰਕੇ ਇਹਨੂੰ ਬੇਟੇ ਕਹਿੰਦੇ ਆ ਇਨਫਿਨਿਟੀ। ਇਨਫਿਨਿਟੀ ਦਾ ਮਤਲਬ ਹੁੰਦਾ ਪਰਿਭਾਸ਼ਿਤ ਨਹੀਂ ਹੈ, ਮਤਲਬ ਇਨਫਿਨਿਟੀ ਵੀ ਕੈਨੋਟ ਕੈਲਕੂਲੇਟ ਦਿਸ 1 ਨੂੰ 0 ਨਾਲ ਡਿਵਾਈਡ ਨਹੀਂ ਕਰ ਸਕਦੇ ਆਪਾਂ, ਇਸ ਕਰਕੇ ਇਹਦਾ ਆਨਸਰ ਆ ਇਨਫਿਨਿਟੀ। ਆਹ ਵਾਲੀਆਂ ਬਹੁਤ ਵੱਡੇ ਇੰਪੋਰਟੈਂਟ ਐਗਜ਼ਾਮਪਲਸ ਹੈਗੀਆਂ। ਐਗਜ਼ਾਮਪਲ ਨੰਬਰ 6 ਪੰਜਾਬੀ 'ਚ ਵੀ ਇਸੇ ਤਰ੍ਹਾਂ ਹੀ ਲਿਖਿਆ ਉੱਥੇ ਕੀ ਹੈ ਕਿ ਆ ਇੱਕ ਸਮਕੋਣੀ ਤਿਕੋਣ ਦਿੱਤੀ ਆ ਰਾਈਟ ਐਂਗਲ ਟ੍ਰਾਇੰਗਲ ਆ AB = 5 ਸੈਂਟੀਮੀਟਰ। ਜੇ ਆਹ ਵਾਲਾ ਐਂਗਲ ਦਿੱਤਾ ਹੋਵੇ ਤੇ BC ਤੇ AC ਆ ਲੱਭਣੀਆਂ ਆਪਾਂ, ਬਸ ਇਹਦੇ ਵਿੱਚ ਇਹ ਲਿਖਿਆ। ਹੁਣ ਆਹ ਵਾਲਾ ਐਂਗਲ ਦੇ ਸਾਹਮਣੇ ਵਾਲੀ ਤੁਹਾਨੂੰ ਦੱਸਿਆ ਕਿ ਇਹਨੂੰ ਪਰਪੈਂਡੀਕੂਲਰ ਕਹਿੰਦੇ ਆ, 90 ਡਿਗਰੀ ਦੇ ਸਾਹਮਣੇ ਵਾਲੀ ਭੁਜਾ ਨੂੰ H ਕਹਿੰਦੇ ਆ, ਤੇ ਰਹਿ ਗਿਆ ਬੇਸ। ਆਪਾਂ ਬੇਸ ਵੀ ਕੱਢਣਾ ਤੇ ਹਾਈਪੋਟੈਨਿਊਜ਼ ਵੀ ਕੱਢਣਾ, ਤੇ ਬੇਸ ਤੇ ਪਰਪੈਂਡੀਕੂਲਰ ਦਾ ਰਿਲੇਸ਼ਨ tan ਦਾ ਹੁੰਦਾ। ਸੋਲੂਸ਼ਨ 'ਚ ਕੀ ਲਿਖਣਾ ਆਪਾਂ, ਇੱਥੇ ਲਿਖ ਦਾਂਗੇ tan 30 ਡਿਗਰੀ। tan 30 ਹੁੰਦਾ ਪਰਪੈਂਡੀਕੂਲਰ ਐਂਗਲ ਆਹ ਵਾਲਾ ਲੈਣਾ ਆਪਾਂ, ਪਰਪੈਂਡੀਕੂਲਰ ਓਵਰ ਬੇਸ। tan 30 ਡਿਗਰੀ ਦੀ ਆਪਾਂ ਹੁਣੇ ਟੇਬਲ ਡਰਾ ਕੀਤਾ, ਉਹ ਤੁਸੀਂ 4-5 ਵਾਰੀ ਡਰਾ ਕਰਕੇ ਦੇਖਣਾ, ਤੇ 6ਵੀਂ ਵਾਰੀ ਤੁਸੀਂ ਮੂੰਹ ਜ਼ਬਾਨੀ ਆਪੇ ਹੀ ਤੁਸੀਂ ਉਹ ਲਿਖ ਸਕਦੇ ਆ, ਕੋਈ ਔਖਾ ਨਹੀਂ ਹੈਗਾ ਉਹ। ਹੁਣ tan 30 ਡਿਗਰੀ ਦੀ ਕੀਮਤ 1/√3 ਟੇਬਲ ਤੋਂ ਦੇਖ ਕੇ ਲਿਖਣੀ ਆ। ਬਸ ਉਹੀ 5 ਤਰ੍ਹਾਂ ਦੇ ਹੀ ਐਂਗਲ ਆਣੇ, ਹੋਰ ਉਸ 'ਤੇ 20 ਡਿਗਰੀ ਜਾਂ 40 ਡਿਗਰੀ ਵਾਲਾ ਨਹੀਂ ਪੁੱਛਿਆ ਜਾਊਗਾ, ਸਿਰਫ 0 ਡਿਗਰੀ 30 ਡਿਗਰੀ 45 60 ਤੇ 90 ਡਿਗਰੀ ਦੇ ਇਹੋ ਹੀ ਐਂਗਲ ਆਣੇ ਆ। tan 30 ਡਿਗਰੀ ਦਾ 1/√3 ਪਰਪੈਂਡੀਕੂਲਰ 5 ਦਿੱਤਾ ਇੱਥੇ 5 ਬੇਸ BC ਇਹ ਕੱਢਣਾ ਆਪਾਂ, ਕ੍ਰੋਸ ਮਲਟੀਪਲਾਈ ਕਰ ਦਾਂਗੇ। 1 ਨੂੰ BC ਨਾਲ ਮਲਟੀਪਲਾਈ ਕਰ ਦਿੱਤਾ, 5 ਨੂੰ ਇਹਦੇ ਨਾਲ ਮਲਟੀਪਲਾਈ ਕਰ ਦਿੱਤਾ, 5/√3 ਇਹ BC ਦਾ ਆਨਸਰ ਆ ਗਿਆ। ਬਸ ਇੰਨਾ ਹੀ ਕੱਢਣਾ, BC ਦੀ ਵੈਲਿਊ ਆ ਗਈ। ਹੁਣ ਆਪਾਂ ਹਾਈਪੋਟੈਨਿਊਜ਼ ਕੱਢਣਾ, ਮੰਨ ਲਓ ਇਹਦਾ ਤੇ ਇਹਦਾ ਰਿਲੇਸ਼ਨ ਸਾਈਨ ਦਾ, ਪਰਪੈਂਡੀਕੂਲਰ ਤੇ ਹਾਈਪੋਟੈਨਿਊਜ਼। ਇੱਥੇ ਲਿਖ ਦਾਂਗੇ sin 30 ਡਿਗਰੀ sin 30 = ਪਰਪੈਂਡੀਕੂਲਰ ਓਵਰ ਹਾਈਪੋਟੈਨਿਊਜ਼। sin 30 ਦੀ ਵੈਲਿਊ ਹੁੰਦੀ ਆ 1/2 = ਪਰਪੈਂਡੀਕੂਲਰ 5 ਓਵਰ ਹਾਈਪੋਟੈਨਿਊਜ਼। AC ਆਪਾਂ ਕੱਢਣਾ, ਫਿਰ ਇਹਨੂੰ ਇਹਦੇ ਨਾਲ ਮਲਟੀਪਲਾਈ ਕੀਤਾ AC × 1 AC 2 × 5 = 10 ਸੈਂਟੀਮੀਟਰ। ਆ ਇਹਦਾ ਆਨਸਰ ਆ ਗਿਆ, ਇੱਥੇ ਵੀ ਸੈਂਟੀਮੀਟਰ ਲਿਖ ਦਿੱਤਾ, ਇਹਦਾ ਆਨਸਰ ਆ ਗਿਆ ਆਮਲਾ। ਨੈਕਸਟ ਵਾਲਾ ਕੁਐਸਚਨ ਵੀ ਸੇਮ ਹੈ, ਦੇਖੋ ਨੈਕਸਟ ਵਾਲਾ ਕਿਸ ਤਰ੍ਹਾਂ ਕਰਨਾ। ਆਹ ਵਾਲੇ ਵੀ ਸੇਮ ਹੈ ਬੇਟੇ, ਆਹ ਵਾਲੇ ਦਿੱਤੇ ਦੋ ਸਾਈਡਾਂ, ਆਹ ਵਾਲੇ ਦਿੱਤੀਆਂ 3 ਤੇ 6 ਸੈਂਟੀਮੀਟਰ ਦਿੱਤੀ ਹੈ, ਐਂਗਲ ਨਹੀਂ ਇਹਦੇ ਵਿੱਚ ਦਿੱਤਾ। ਐਂਗਲ ਆਪਾਂ ਫਾਈਂਡ ਆਊਟ ਕਰਨੇ QPR ਆਹ ਵਾਲਾ ਐਂਗਲ ਵੀ ਫਾਈਂਡ ਆਊਟ ਕਰਨਾ, PRQ ਆਹ ਵਾਲਾ ਐਂਗਲ ਵੀ ਫਾਈਂਡ ਆਊਟ ਕਰਨਾ ਆਪਾਂ। ਹੁਣ ਇੱਥੇ ਪਹਿਲਾਂ ਲਿਖ ਲਾਂਗੇ, ਆਹ ਮੰਨ ਲਓ ਜੇ ਐਂਗਲ ਲੈ ਲਈਏ ਤੇ ਐਂਗਲ ਦੇ ਸਾਹਮਣੇ ਵਾਲੀ ਭੁਜਾ ਨੂੰ ਪਰਪੈਂਡੀਕੂਲਰ ਕਹਾਂਗੇ, ਤੇ ਆਹ ਹਾਈਪੋਟੈਨਿਊਜ਼ ਹੋ ਗਿਆ। ਜਿਹੜੀਆਂ ਦੋ ਭੁਜਾਵਾਂ ਦਿੱਤੀਆਂ ਉਹਦੇ ਵਿੱਚ ਰਿਲੇਸ਼ਨ ਹੁਣ ਲੈ ਲੈਣਾ ਆਪਾਂ। ਇੱਥੇ ਲਿਖਾਂਗੇ ਪਰਪੈਂਡੀਕੂਲਰ ਹਾਈਪੋਟੈਨਿਊਜ਼ ਦਾ ਰਿਲੇਸ਼ਨ ਹੁੰਦਾ ਸਾਈਨ, ਇੱਥੇ ਲਿਖਾਂਗੇ sin R, ਇੱਥੇ ਲਿਖ ਦਾਂਗੇ ਇੱਦਾਂ sin ਐਂਗਲ R, ਥੀਟਾ ਦੀ ਜਗ੍ਹਾ ਤੇ R ਲਿਖ ਦੇਣਾ, sin R। ਇਹਦਾ ਸੋਲੂਸ਼ਨ ਕੀ ਹੋਏਗਾ, sin R = ਪਰਪੈਂਡੀਕੂਲਰ ਓਵਰ ਹਾਈਪੋਟੈਨਿਊਜ਼। ਫਿਰ ਇੱਥੇ sin R ਪਰਪੈਂਡੀਕੂਲਰ ਕਿੰਨਾ ਦਿੱਤਾ 3 ਓਵਰ ਹਾਈਪੋਟੈਨਿਊਜ਼ ਕਿੰਨਾ ਦਿੱਤਾ 6, ਇਹ ਕੱਟੇ ਜਾਂਦੇ ਕੱਟ ਦੇਣੇ, ਇਹ ਆ ਗਿਆ ਸਾਡੇ ਕੋਲ 1/2। ਹੁਣ sin R, ਹੁਣ 1/2 ਸਾਈਨ, ਕਿਉਂਕਿ ਇੱਥੇ ਸਾਈਨ ਦਿੱਤਾ, ਸਾਈਨ ਦੇ ਵਿੱਚ ਕਿਹਦੀ ਵੈਲਿਊ 1/2 ਹੁੰਦੀ ਆ, sin 30 ਡਿਗਰੀ ਆਪਾਂ ਉੱਪਰ ਵੀ ਲਿਖ ਚੁੱਕੇ ਇਹਦਾ, ਇੱਥੇ ਲਿਖ ਦਾਂਗੇ sin 30 ਡਿਗਰੀ 1/2 ਦਾ ਮਤਲਬ sin 30 ਡਿਗਰੀ, ਆ sin R, ਆ R ਦੀ ਕੀਮਤ ਫਿਰ 30 ਡਿਗਰੀ ਆ ਗਈ, R ਕਿੰਨਾ ਆ ਗਿਆ 30 ਡਿਗਰੀ ਆ ਗਿਆ। ਹੁਣ ਜਦੋਂ ਇੱਕ ਟ੍ਰਾਇੰਗਲ ਦੇ ਵਿੱਚ ਆ 30 ਡਿਗਰੀ ਆ ਗਿਆ ਸਾਡੇ ਕੋਲ, ਜਦੋਂ ਇੱਕ ਟ੍ਰਾਇੰਗਲ ਦੇ ਵਿੱਚ ਦੋ ਐਂਗਲ ਦਿੱਤੇ ਹੋਣ ਤਾਂ ਬਾਈ ਐਂਗਲ ਸਮ ਪ੍ਰੋਪਰਟੀ ਦੇ ਨਾਲ ਆਪਾਂ ਤੀਸਰਾ ਐਂਗਲ ਵੀ ਲੱਭ ਸਕਦੇ ਹਾਂ। ਇੱਥੇ ਕੀ ਲਿਖਾਂਗੇ P + R + 90 = 180 ਡਿਗਰੀ, ਕਿਉਂਕਿ ਤਿੰਨਾਂ ਐਂਗਲਸ ਦਾ ਜੋੜ ਤ੍ਰਿਭੁਜ ਦੇ ਤਿੰਨੋਂ ਕੋਣਾਂ ਦਾ ਜੋੜ 180 ਡਿਗਰੀ ਹੁੰਦਾ ਹੈ। ਐਂਗਲ ਸਮ ਪ੍ਰੋਪਰਟੀ ਇੱਥੇ ਲਿਖ ਸਕਦੇ ਆਪਾਂ। ਹੁਣ ਇਹਦੇ 'ਚ ਵੈਲਿਊ ਭਰ ਦਿਓ, P ਦੀ ਵੈਲਿਊ ਕੱਢਣੀ ਆ, R ਕਿੰਨਾ ਹੈਗਾ 30 ਤੇ ਜਮਾ 90 = 180 ਆ ਗਿਆ। ਆ ਹੋ ਗਏ 120
P इज़ इक्वल टू 180, 120 उधर जाके माइनस ਦੇ ਹੋ ਗਏ इज़ इक्वल टू कितना आ गया फिर 60 डिग्री। ये जवाब आ गया साडा ਇਹਦਾ ਇਹ ਕੁਐਸਚਨ ਦਾ। ਹੁਣ ਲਾਸਟ ਜਿਹੜੀ ਇੱਕ ਹੋਰ ਐਗਜ਼ਾਮਪਲ ਇਸ ਐਕਸਰਸਾਈਜ਼ ਨਾਲ ਰਿਲੇਟਡ ਜਿਹੜੀ ਦਿੱਤੀ ਉਹ ਦੇਖ ਲਓ। ਐਗਜ਼ਾਮਪਲ ਨੰਬਰ 8 ਕੀ ਹੈ, ਇਹਦੇ ਵਿੱਚ ਦਿੱਤਾ ਸਾਈਨ A ਮਾਈਨਸ B ਆ ਦਿੱਤਾ। ਬਹੁਤ ਇੰਪੋਰਟੈਂਟ ਕੁਐਸਚਨ ਹੈ ਇਹ ਵਾਲਾ, ਆ ਜਾਂਦਾ ਵੱਡੇ ਪੇਪਰ 'ਚ। ਸਾਈਨ A ਮਾਈਨਸ B ਇਜ਼ ਇਕੁਅਲ ਟੂ 1/2 ਦਿੱਤਾ ਤੇ cos A ਪਲੱਸ B ਇਹ ਵੀ 1/2 ਦਿੱਤਾ। ਇਹਦਾ ਕੀ ਮਤਲਬ ਹੈਗਾ, A ਪਲੱਸ B ਮਤਲਬ ਦੋਨਾਂ ਕੋਣਾਂ ਦਾ ਜੋੜ 0 ਤੋਂ ਵੱਡਾ ਹੋਏਗਾ ਤੇ 90 ਡਿਗਰੀ ਦੇ ਬਰਾਬਰ ਜਾਂ 90 ਤੋਂ ਛੋਟਾ ਹੋਏ, ਇਹ ਤਾਂ ਹੀ ਟ੍ਰਾਇੰਗਲ ਪੋਸੀਬਲ ਹੈਗੀ ਆ। A ਗ੍ਰੇਟਰ ਦੈਨ B, ਜੇ ਜਦੋਂ ਤੁਸੀਂ ਆਨਸਰ ਫਾਈਂਡ ਆਊਟ ਕਰੋਗੇ ਤਾਂ A ਜਿਹੜਾ B ਨਾਲੋਂ ਵੱਡਾ ਹੋਏਗਾ ਤੇ A ਐਂਡ B ਪਤਾ ਕਰੋ, ਇਹ ਲਿਖਿਆ ਇਹਦੇ ਵਿੱਚ। ਇਹਦੇ ਨਾਲ ਨਹੀਂ ਤੁਸੀਂ ਸਿਰਫ A ਤੇ B ਦੇਖਣਾ, ਕਿਵੇਂ ਫਾਈਂਡ ਆਊਟ ਕਰ ਸਕਦੇ ਆਪਾਂ। ਹੁਣ ਦੇਖੋ ਸਾਈਨ A ਮਾਈਨਸ B, ਸਾਈਨ ਕੇ ਦੀ ਵੈਲਿਊ 1/2 ਹੁੰਦੀ ਆ ਸਾਈਨ 30 ਡਿਗਰੀ ਦੀ, ਇੱਥੇ ਲਿਖਾਂਗੇ ਸਾਈਨ 30 ਡਿਗਰੀ ਆ ਗਿਆ 1/2 ਦੀ ਜਗ੍ਹਾ ਤੇ। ਇਹਦਾ ਮਤਲਬ A ਮਾਈਨਸ B ਕਿੰਨਾ ਹੋ ਗਿਆ ਸਾਡੇ ਕੋਲ, ਫਿਰ 30 ਡਿਗਰੀ ਆ ਗਿਆ। ਇਹ ਇੱਕ ਸਮੀਕਰਨ ਬਣ ਗਈ। ਜਿੱਦਾਂ ਇੱਧਰ ਕੀਤਾ ਉੱਦਾਂ ਹੀ ਇੱਧਰ ਕਰਨਾ, cos A ਪਲੱਸ B। ਹੁਣ 1/2 cos ਦੇ ਵਿੱਚ ਕਿਹਦੀ ਵੈਲਿਊ ਹੁੰਦੀ ਆ, cos 60 ਡਿਗਰੀ ਦੀ, cos 60 ਡਿਗਰੀ। ਤੇ ਇਹਦਾ ਮਤਲਬ A ਪਲੱਸ B ਕਿੰਨਾ ਹੋ ਗਿਆ 60, A ਪਲੱਸ B ਇਜ਼ ਇਕੁਅਲ ਟੂ 60। ਹੁਣ ਆਹ ਦੋ ਇਕੁਏਸ਼ਨਸ ਆ ਗਈਆਂ ਸਾਡੇ ਕੋਲ, ਇਹਨਾਂ ਨੂੰ ਐਡ ਜਾਂ ਸਬਟਰੈਕਟ ਕਰੋ, A ਤੇ B ਦਾ ਆਨਸਰ ਨਿਕਲਣਾ। 1 + 2 ਦੋਨਾਂ ਨੂੰ ਐਡ ਕਰ ਦਿਓ, A ਮਾਈਨਸ B 30 ਤੇ A ਪਲੱਸ B ਇਜ਼ ਇਕੁਅਲ ਟੂ 60। ਜੇ ਐਡ ਕੀਤਾ ਮਾਈਨਸ B ਤੇ ਪਲੱਸ B ਇਹ ਕੱਟੇ ਜਾਣੇ ਆ। 1A + 1A ਕਿੰਨਾ ਹੋ ਗਿਆ 2A, 30 + 60 ਕਿੰਨਾ ਆ ਗਿਆ ਸਾਡੇ ਕੋਲ, ਇਹ 90 ਆ ਗਿਆ। ਸੋ ਦੇਅਰਫੋਰ A ਇਜ਼ ਇਕੁਅਲ ਟੂ ਕਿੰਨਾ ਹੋ ਗਿਆ 90, A ਦੇ ਨਾਲ ਵਾਲੀ ਡਿਨੋਮੀਨੇਟਰ 'ਚ ਆ ਜਾਣੀ ਆ, ਇਜ਼ ਇਕੁਅਲ ਟੂ 45 ਡਿਗਰੀ ਆ ਗਿਆ। A ਇਜ਼ ਇਕੁਅਲ ਟੂ 45 ਡਿਗਰੀ ਆ ਗਿਆ। ਹੁਣ A ਦੀ ਵੈਲਿਊ 45 ਡਿਗਰੀ 1 'ਚ ਭਰ ਦਿਓ ਜਾਂ 2 'ਚ ਭਰ ਦਿਓ। ਇੱਧਰ ਦੇਖੋ ਫਰੋਮ 2, A ਦੀ ਜਗ੍ਹਾ ਤੇ 45 ਇੱਥੇ ਲਿਖ ਦਿਓ 45, ਫਿਰ ਪਲੱਸ B ਇਜ਼ ਇਕੁਅਲ ਟੂ 60 ਇਜ਼ ਇਕੁਅਲ ਟੂ 60। ਇੱਥੋਂ ਫਿਰ B ਦੀ ਵੈਲਿਊ ਕੱਢ ਲਓ, ਇਜ਼ ਇਕੁਅਲ ਟੂ 60 ਮਾਈਨਸ ਕਰ ਦਿਓ 45, ਉੱਧਰ ਜਾ ਕੇ ਮਾਈਨਸ ਦੇ ਹੋ ਗਏ, ਇਜ਼ ਇਕੁਅਲ ਟੂ 15 ਡਿਗਰੀ। A ਆ ਗਿਆ ਸਾਡੇ ਕੋਲ 45 ਡਿਗਰੀ ਤੇ B ਆ ਗਿਆ 15 ਡਿਗਰੀ।